सुनो सनामा पाठ पढ़ावा, आओ बच्चों सुनो सनामा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाजिक पढ़ लो सारी। चंगियां गल्लां गीत भी गावा, सुनो सनावा पाठ पढ़ावा, सुनो सनावा पाठ पढ़ावा। दुआपा रेडियो। विद्यार्थियों सत श्री अकाल। मैं हरजीत सिंह DPE सरकारी हाई स्कूल कमालपुर ਜ਼ਿਲ੍ਹਾ ਸੰਗਰੂਰ ਅੱਜ ਤੁਹਾਡੇ ਨਾਲ 12ਵੀਂ ਜਮਾਤ ਦੇ ਸਰੀਰਕ ਸਿੱਖਿਆ ਵਿਸ਼ੇ ਦਾ ਦੂਸਰਾ ਪਾਠ ਖੇਡ ਸਿਖਲਾਈ ਸਾਂਝਾ ਕਰਨ ਜਾ ਰਿਹਾ। ਅੱਜ ਇਸ ਪਾਠ ਦੇ ਤਹਿਤ ਆਪਾਂ ਗੱਲ ਕਰਾਂਗੇ ਖੇਡ ਸਿਖਲਾਈ ਦੇ ਉਦੇਸ਼, ਸਿਧਾਂਤ, ਸਰੀਰ ਨੂੰ ਗਰਮਾਉਣਾ, ਸਰੀਰ ਨੂੰ ਠੰਡਾ ਕਰਨਾ, ਅੰਤਰਾਲ ਸਿਖਲਾਈ ਵਿਧੀ ਤੇ ਸਰਕਟ ਸਿਖਲਾਈ ਵਿਧੀ ਬਾਰੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਖੇਡ ਸਿਖਲਾਈ। ਵਿਦਿਆਰਥੀਓ, ਸਮਾਜ ਦੇ ਵਿੱਚ ਖੇਡਾਂ ਦੀ ਅਹਿਮੀਅਤ ਵਧਣ ਦੇ ਨਾਲ ਨਾਲ ਖੇਡ ਸਿਖਲਾਈ ਦਾ ਵੀ ਮਹੱਤਵ ਲਗਾਤਾਰ ਵੱਧਦਾ ਜਾ ਰਿਹਾ ਹੈ। ਸਾਰੇ ਦੇਸ਼ਾਂ ਨੇ ਖੇਡ ਸਿਖਲਾਈ ਦੇ ਮਹੱਤਵ ਨੂੰ ਪਛਾਣਦਿਆਂ ਖੇਡ ਸਿਖਲਾਈ ਦੇ ਉੱਪਰ ਬੜਾ ਜ਼ੋਰ ਦਿੱਤਾ ਹੋਇਆ ਹੈ, ਕਿਉਂਕਿ ਇਹ ਗੱਲ ਸਿੱਧ ਹੋ ਚੁੱਕੀ ਹੈ ਵੀ ਸਿਖਲਾਈ ਤੋਂ ਬਿਨਾਂ ਕਿਸੇ ਵੀ ਖਿਡਾਰੀ ਦੀ ਯੋਗਤਾ ਤੇ ਸਮਰੱਥਾ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਨਾ ਮੁਸ਼ਕਲ ਹੈ। ਇਸ ਲਈ ਖਿਡਾਰੀ ਨੂੰ ਤਿਆਰ ਕਰਨ ਵਾਸਤੇ ਉੱਚ ਪੱਧਰੀ ਖੇਡ ਸਿਖਲਾਈ ਤੇ ਅਭਿਆਸ ਪ੍ਰੋਗਰਾਮ ਦਾ ਹੋਣਾ ਬਹੁਤ ਜ਼ਰੂਰੀ ਹੈ। ਖੇਡ ਸਿਖਲਾਈ ਦਾ ਅਰਥ ਦੀ ਜਿੱਥੋਂ ਤੱਕ ਗੱਲ ਹੈ, ਇਹ ਸਿਖਲਾਈ ਉਹ ਕਿਰਿਆ ਹੈ ਜਿਸ ਦੇ ਰਾਹੀਂ ਕਿਸੇ ਵਿਅਕਤੀ ਨੂੰ ਕਿਸੇ ਖੇਡ ਮੁਕਾਬਲੇ, ਸਰਗਰਮੀ ਜਾਂ ਕੰਮ ਦੇ ਲਈ ਤਿਆਰ ਕੀਤਾ ਜਾਂਦਾ। ਖੇਡਾਂ ਦੇ ਖੇਤਰ ਵਿੱਚ ਸਿਖਲਾਈ ਜਾਂ ਸਪੋਰਟਸ ਟ੍ਰੇਨਿੰਗ ਸ਼ਬਦ ਨੂੰ ਖਿਡਾਰੀਆਂ ਨੂੰ ਸਰਬੋਤਮ ਪ੍ਰਦਰਸ਼ਨ ਲਈ ਤਿਆਰ ਕਰਨ ਵਾਸਤੇ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਖੇਡ ਸਿਖਲਾਈ ਨੂੰ ਖੇਡਾਂ ਦੇ ਖੇਤਰ ਵਿੱਚ ਉੱਚ ਪ੍ਰਦਰਸ਼ਨ ਲਈ ਤਿਆਰ ਕਰਨ ਦਾ ਵਿਗਿਆਨਕ ਤਰੀਕਾ ਹੈ। ਖੇਡ ਸਿਖਲਾਈ ਦੀਆਂ ਪਰਿਭਾਸ਼ਾਵਾਂ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਮੈਥਿਊ ਦੀ ਪਰਿਭਾਸ਼ਾ ਲੈਂਦੇ ਹਾਂ ਕਿ ਖੇਡ ਸਿਖਲਾਈ ਇੱਕ ਖਿਡਾਰੀ ਦੇ ਲਈ ਤਿਆਰੀ ਦਾ ਪਹਿਲਾ ਆਧਾਰ ਹੈ। ਦੂਸਰੀ ਪਰਿਭਾਸ਼ਾ ਹਰਦਿਆਲ ਸਿੰਘ ਦੀ ਹੈ। ਉਹਨਾਂ ਦੇ ਅਨੁਸਾਰ ਖੇਡ ਸਿਖਲਾਈ ਵਿਗਿਆਨਕ ਸਿਧਾਂਤਾਂ ਉੱਪਰ ਆਧਾਰਿਤ ਸਿੱਖਿਆਕਾਰੀ ਸਿਲਸਿਲਾ ਹੈ, ਜਿਸ ਦਾ ਉਦੇਸ਼ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਉਚੇਚੇ ਤੇ ਵਧੀਆ ਪ੍ਰਦਰਸ਼ਨ ਦੇ ਲਈ ਤਿਆਰ ਕਰਨਾ ਹੈ। ਇਸ ਤਰ੍ਹਾਂ ਇਹ ਆਖਿਆ ਜਾ ਸਕਦਾ ਹੈ ਕਿ ਖੇਡ ਟ੍ਰੇਨਿੰਗ ਦਾ ਟੀਚਾ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਸੁਧਾਰਨਾ ਹੁੰਦਾ ਹੈ। ਤਾਂ ਖੇਡ ਸਿਖਲਾਈ ਦੇ ਕੁਝ ਉਦੇਸ਼ ਹੁੰਦੇ ਆ ਜਿਨ੍ਹਾਂ ਨੂੰ ਮੁੱਖ ਰੱਖ ਕੇ ਖੇਡ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਰੀਰਕ ਬਣਤਰ ਦਾ ਉਦੇਸ਼। ਇੱਕ ਖਿਡਾਰੀ ਦੀ ਸਰੀਰਕ ਬਣਤਰ ਉਸਦੀ ਵੰਸ਼ਿਕ ਗੁਣਾਂ ਤੇ ਨਿਰਭਰ ਕਰਦੀ ਹੈ। ਖੇਡ ਮੁਕਾਬਲੇ ਦੇ ਦੌਰਾਨ ਖਿਡਾਰੀ ਦੇ ਪ੍ਰਦਰਸ਼ਨ ਵਿੱਚ ਉਹਦੀ ਸਰੀਰਕ ਬਣਤਰ ਦਾ ਬੜਾ ਮਹੱਤਵਪੂਰਨ ਰੋਲ ਹੁੰਦਾ ਹੈ। ਇਸੇ ਲਈ ਖੇਡ ਸਿਖਲਾਈ ਦਾ ਉਦੇਸ਼ ਸਰੀਰਕ ਢਾਂਚੇ ਦੀਆਂ ਕੁਰੂਪਤਾਵਾਂ ਨੂੰ ਜਾਂ ਕਮੀਆਂ ਨੂੰ ਦੂਰ ਕਰਕੇ ਖਿਡਾਰੀ ਦਾ ਪ੍ਰਦਰਸ਼ਨ ਸੁਧਾਰਨਾ ਹੁੰਦਾ ਹੈ। ਦੂਸਰਾ, ਸਰੀਰਕ ਯੋਗਤਾ ਦਾ ਵਿਕਾਸ। ਖੇਡ ਸਿਖਲਾਈ ਦਾ ਉਦੇਸ਼ ਖਿਡਾਰੀ ਦੀ ਸਰੀਰਕ ਤੰਦਰੁਸਤੀ ਦਾ ਪੱਧਰ ਵਧਾਉਣਾ ਹੁੰਦਾ ਹੈ। ਸਰੀਰਕ ਤੰਦਰੁਸਤੀ ਜਾਂ ਸਰੀਰਕ ਯੋਗਤਾ ਦੇ ਵਿੱਚ ਤਾਕਤ, ਗਤੀ, ਸਹਿਣਸ਼ੀਲਤਾ, ਲਚਕ ਤੇ ਤਾਲਮੇਲ ਵਰਗੀਆਂ ਬੁਨਿਆਦੀ ਯੋਗਤਾਵਾਂ ਸ਼ਾਮਲ ਹੁੰਦੀਆਂ ਨੇ। ਖੇਡ ਸਿਖਲਾਈ ਦੇ ਰਾਹੀਂ ਇਹਨਾਂ ਬੁਨਿਆਦੀ ਯੋਗਤਾਵਾਂ ਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ। ਅਗਲਾ ਪੁਆਇੰਟ ਆ ਜਾਂਦਾ ਤਕਨੀਕੀ ਕੌਸ਼ਲ ਜਾਂ ਟੈਕਨੀਕਲ ਸਕਿੱਲ ਦਾ ਵਿਕਾਸ। ਖੇਡਾਂ ਦੇ ਵਿੱਚ ਕਈ ਤਰ੍ਹਾਂ ਦੇ ਮੋਟਰ ਸਕਿੱਲ ਸ਼ਾਮਲ ਹੁੰਦੇ ਨੇ। ਖਿਡਾਰੀਆਂ ਦਾ ਪ੍ਰਦਰਸ਼ਨ ਉਹਦੇ ਮੋਟਰ ਸਕਿੱਲ ਦੀ ਨਿਪੁੰਨਤਾ ਦੇ ਉੱਪਰ ਹੀ ਨਿਰਭਰ ਕਰਦਾ ਹੁੰਦਾ। ਆਧੁਨਿਕ ਖੇਡ ਸਿਖਲਾਈ ਦੇ ਵਿੱਚ ਜਿਹੜੇ ਪ੍ਰੋਗਰਾਮ ਬਣਾਏ ਜਾਂਦੇ ਆ, ਉਹ ਖਿਡਾਰੀਆਂ ਦਾ ਪ੍ਰਦਰਸ਼ਨ ਵਧਾਉਣ ਦੇ ਲਈ ਤਕਨੀਕੀ ਸਿਖਲਾਈ ਦੇ ਉੱਪਰ ਆਧਾਰਿਤ ਹੁੰਦੇ ਨੇ। ਟੈਕਨੀਕਲ ਡਿਵੈਲਪਮੈਂਟ ਖਿਡਾਰੀਆਂ ਦੀ ਕੀਤੀ ਜਾਂਦੀ ਹੈ। ਅਗਲਾ ਪੁਆਇੰਟ ਯੋਗਤਾ ਦਾ ਵਿਕਾਸ ਜਾਂ ਟੈਕਟੀਕਲ ਡਿਵੈਲਪਮੈਂਟ ਜਿਹਨੂੰ ਕਹਿੰਦੇ ਆ। ਖੇਡਾਂ ਦੇ ਵਿੱਚ ਦਿਨੋਂ ਦਿਨ ਮੁਕਾਬਲੇਬਾਜ਼ੀ ਵੱਧ ਰਹੀ ਹੈ। ਇਹਦੇ ਕਾਰਨ ਬਹੁਤੇ ਖਿਡਾਰੀਆਂ ਦਾ ਪ੍ਰਦਰਸ਼ਨ ਤੇ ਉਹਨਾਂ ਦਾ ਖੇਡ ਦਾ ਮਿਆਰ ਲਗਭਗ ਇੱਕੋ ਜਿਹਾ ਹੋ ਗਿਆ। ਇਸ ਲਈ ਖੇਡਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਵਰਤੀਆਂ ਜਾਣ ਵਾਲੀਆਂ ਤਕਨੀਕੀ ਯੋਗਤਾ ਦਾ ਮਹੱਤਵ ਹੈ ਜਿਹੜਾ ਉਹ ਦਿਨੋਂ ਦਿਨ ਵੱਧ ਰਿਹਾ ਹੈ। ਖੇਡ ਸਿਖਲਾਈ ਪ੍ਰੋਗਰਾਮ ਵਿੱਚ ਵੀ ਨਵੀਆਂ ਯੋਗਤਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਆਪਣੇ ਵਿਰੋਧੀ ਖਿਡਾਰੀ ਦੀਆਂ ਖਾਮੀਆਂ ਨੂੰ ਤੇ ਖੂਬੀਆਂ ਨੂੰ ਸਮਝਣ ਤੇ ਆਪਣੀਆਂ ਕਮੀਆਂ ਨੂੰ ਜ਼ਾਹਰ ਨਾ ਕਰਨ ਕਾਰਨ ਖਿਡਾਰੀ ਆਪਣੇ ਤੋਂ ਬਿਹਤਰ ਖਿਡਾਰੀਆਂ ਨੂੰ ਵੀ ਮਾਤ ਦੇ ਸਕਦੇ ਨੇ। ਅਗਲਾ ਪੁਆਇੰਟ, ਸ਼ਖਸੀਅਤ ਦਾ ਵਿਕਾਸ। ਖੇਡ ਸਿਖਲਾਈ ਦਾ ਉਦੇਸ਼ ਖਿਡਾਰੀ ਦੀ ਸ਼ਖਸੀਅਤ ਦਾ ਸਰਬਪੱਖੀ ਵਿਕਾਸ ਕਰਨਾ ਹੁੰਦਾ ਹੈ। ਖੇਡ ਸਿਖਲਾਈ ਪ੍ਰੋਗਰਾਮ ਦੌਰਾਨ ਖਿਡਾਰੀ ਦੀ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਤੇ ਜ਼ੋਰ ਦੇ ਕੇ ਖਿਡਾਰੀ ਨੂੰ ਸਰੀਰਕ ਤੌਰ ਤੇ ਤੰਦਰੁਸਤ, ਮਾਨਸਿਕ ਤੌਰ ਤੇ ਚੇਤਨ ਤੇ ਸਮਾਜਿਕ ਤੌਰ ਤੇ ਨਿਪੁੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹਦੇ ਰਾਹੀਂ ਖਿਡਾਰੀ ਮੁਕਾਬਲੇ ਦੇ ਵਿੱਚ ਆਪਣਾ ਉੱਚ ਪ੍ਰਦਰਸ਼ਨ ਕਰਨ ਦੇ ਕਾਬਲ ਬਣ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਖੇਡ ਸਿਖਲਾਈ ਦੇ ਸਿਧਾਂਤਾਂ ਦੀ। ਪਹਿਲਾ, ਲਗਾਤਾਰਤਾ ਦਾ ਸਿਧਾਂਤ। ਇਸ ਸਿਧਾਂਤ ਦੀ ਵਰਤੋਂ ਖੇਡ ਸਿਖਲਾਈ ਪ੍ਰੋਗਰਾਮ ਦੇ ਵਿੱਚ ਨਿਰੰਤਰਤਾ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ। ਜੇਕਰ ਸਿਖਲਾਈ ਪ੍ਰੋਗਰਾਮ ਲਗਾਤਾਰ ਜਾਰੀ ਨਹੀਂ ਰਹਿੰਦਾ ਤਾਂ ਸਿਖਲਾਈ ਦਾ ਅਸਰ ਵਧਣ ਦੀ ਥਾਂ ਤੇ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਹਦੇ ਨਾਲ ਤੰਦਰੁਸਤੀ ਦਾ ਪੱਧਰ ਵੀ ਹੇਠਾਂ ਵੱਲ ਆ ਜਾਂਦਾ ਹੈ। ਦੂਸਰਾ, ਵਾਧੂ ਭਾਰ ਦਾ ਸਿਧਾਂਤ। ਸਰੀਰਕ ਯੋਗਤਾ ਤੇ ਤੰਦਰੁਸਤੀ ਵਿੱਚ ਸੁਧਾਰ ਲਿਆਉਣ ਵਾਸਤੇ ਵਾਧੂ ਭਾਰ ਦਾ ਸਿਧਾਂਤ ਅਪਣਾਇਆ ਜਾਂਦਾ ਹੈ। ਇਸ ਵਿੱਚ ਖਿਡਾਰੀ ਨੂੰ ਆਪਣੇ ਰੋਜ਼ਾਨਾ ਅਭਿਆਸ ਤੋਂ ਜ਼ਿਆਦਾ ਸਮੇਂ ਤੱਕ ਅਤੇ ਵੱਧ ਭਾਰ ਦੇ ਨਾਲ ਅਭਿਆਸ ਕਰਾਇਆ ਜਾਂਦਾ ਹੈ। ਵਾਧੂ ਭਾਰ ਜਾਂ ਵੱਧ ਅਭਿਆਸ ਕਰਨ ਦੇ ਨਾਲ ਥਕਾਵਟ ਆਉਣਾ ਸੁਭਾਵਿਕ ਹੀ ਹੈ, ਪਰ ਜਦੋਂ ਖੇਡ ਅਭਿਆਸ ਖਤਮ ਕਰਤਾ ਜਾਂਦਾ ਹੈ ਤਾਂ ਸਰੀਰ ਦੀ ਸ਼ਕਤੀ ਜਲਦੀ ਵਾਪਸ ਆਉਣੀ ਸ਼ੁਰੂ ਹੋ ਜਾਂਦੀ ਹੈ। ਸ਼ਕਤੀ ਦੀ ਵਾਪਸੀ ਦਾ ਅਮਲ ਜਲਦੀ ਹੋਣ ਦੇ ਨਾਲ ਥਕਾਵਟ ਵੀ ਫਿਰ ਛੇਤੀ ਦੂਰ ਹੋ ਜਾਂਦੀ ਹੈ। ਸਿਖਲਾਈ ਦੌਰਾਨ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਵੀ ਜਿੰਨੀ ਦੇਰ ਖਿਡਾਰੀ ਆਪਣੇ ਆਪ ਨੂੰ ਪਹਿਲਾਂ ਦਿੱਤੇ ਵਾਧੂ ਭਾਰ ਦੇ ਅਨੁਸਾਰ ਢਾਲ ਨਹੀਂ ਲੈਂਦਾ, ਉਨੀ ਦੇਰ ਤੱਕ ਉਹਨੂੰ ਹੋਰ ਵਾਧੂ ਭਾਰ ਨਹੀਂ ਦੇਣਾ ਚਾਹੀਦਾ। ਜੇਕਰ ਖਿਡਾਰੀ ਦੀ ਸਮਰੱਥਾ ਤੋਂ ਜ਼ਿਆਦਾ ਵਾਧੂ ਭਾਰ ਦਿੱਤਾ ਜਾਂਦਾ ਤਾਂ ਉਹਦੇ ਵਾਸਤੇ ਸੱਟਾਂ ਫੇਟਾਂ ਦਾ ਕਾਰਨ ਬਣ ਜਾਂਦਾ, ਕਿਉਂਕਿ ਇਸ ਨਾਲ ਥਕਾਵਟ ਵਧੂਗੀ। ਜਦੋਂ ਥਕਾਵਟ ਵੱਧਦੀ ਹੈ ਤਾਂ ਸੱਟਾਂ ਫੇਟਾਂ ਲੱਗਦੀਆਂ। ਤਾਂ ਵਾਧੂ ਭਾਰ ਦਾ ਉਦੇਸ਼ ਖਿਡਾਰੀ ਦੀ ਸਮਰੱਥਾ ਵਧਾਉਣਾ ਹੀ ਹੋਣਾ ਚਾਹੀਦਾ। ਅਗਲਾ ਪੁਆਇੰਟ ਆ ਜਾਂਦਾ ਇਕਸਾਰਤਾ ਤੇ ਵਖਰੇਵੇਂ ਦਾ ਸਿਧਾਂਤ। ਖੇਡ ਸਿਖਲਾਈ ਪ੍ਰੋਗਰਾਮ ਦੌਰਾਨ ਸਾਰੇ ਖਿਡਾਰੀਆਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਨੇ, ਪਰ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਵੀ ਵਿਅਕਤੀਗਤ ਅੰਤਰ ਦੇ ਅਨੁਸਾਰ ਹੀ ਉਹਨਾਂ ਨੂੰ ਮੌਕੇ ਦਿੱਤੇ ਜਾਣ। ਜੇਕਰ ਵਿਅਕਤੀਗਤ ਅੰਤਰ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ, ਕਿਉਂਕਿ ਖਿਡਾਰੀ ਉਮਰ ਦੇ ਵਿੱਚ, ਸਮਰੱਥਾ ਦੇ ਵਿੱਚ, ਲਿੰਗ ਦੇ ਆਧਾਰ ਤੇ, ਸਰੀਰਕ ਬਣਤਰ ਦੇ ਆਧਾਰ ਤੇ ਵੱਖੋ ਵੱਖਰੇ ਹੁੰਦੇ ਨੇ। ਇਸ ਕਰਕੇ ਉਹਨਾਂ ਨੂੰ ਇੱਕੋ ਢੰਗ ਦੇ ਨਾਲ ਸਿਖਲਾਈ ਨਹੀਂ ਦੇਣੀ ਚਾਹੀਦੀ ਤੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਸਿਖਲਾਈ ਦੇ ਢੰਗਾਂ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ। ਅਗਲਾ ਪੁਆਇੰਟ, ਵਿਗਿਆਨਕ ਤੇ ਵਿਸ਼ੇਸ਼ ਸਿਖਲਾਈ ਦਾ ਸਿਧਾਂਤ। ਸਿਖਲਾਈ ਪ੍ਰੋਗਰਾਮ ਦੌਰਾਨ ਚੁਣੀਆਂ ਗਈਆਂ ਕਿਰਿਆਵਾਂ ਵਿਗਿਆਨਕ ਸਿਧਾਂਤਾਂ ਤੇ ਆਧਾਰਿਤ ਹੋਣੀਆਂ ਚਾਹੀਦੀਆਂ ਨੇ। ਵਿਗਿਆਨਕ ਢੰਗ ਨਾਲ ਦਿੱਤੀ ਗਈ ਖੇਡ ਸਿਖਲਾਈ ਖਿਡਾਰੀ ਦਾ ਪ੍ਰਦਰਸ਼ਨ ਸੁਧਾਰਨ ਵਿੱਚ ਬੜੀ ਸਹਾਇਕ ਸਿੱਧ ਹੁੰਦੀ ਹੈ। ਵੱਖ-ਵੱਖ ਖੇਡਾਂ ਦੇ ਵਿੱਚ ਵੱਖੋ ਵੱਖਰੇ ਸਕਿੱਲ ਹੁੰਦੇ ਆ, ਇਸ ਲਈ ਹਰੇਕ ਖੇਡ ਦੇ ਖਾਸ ਸਕਿੱਲ ਦੀ ਸਿਖਲਾਈ ਦੇਣ ਦੇ ਲਈ ਵੱਖ-ਵੱਖ ਤਰ੍ਹਾਂ ਦਾ ਟ੍ਰੇਨਿੰਗ ਪ੍ਰੋਗਰਾਮ ਹੋਣਾ ਚਾਹੀਦਾ। ਅਗਲਾ ਪੁਆਇੰਟ, ਆਰਾਮ ਦਾ ਸਿਧਾਂਤ। ਖੇਡ ਸਿਖਲਾਈ ਪ੍ਰੋਗਰਾਮ ਬਣਾਉਣ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਵੀ ਸਿਖਲਾਈ ਦੇ ਦੌਰਾਨ ਤੇ ਸਿਖਲਾਈ ਤੋਂ ਬਾਅਦ ਖਿਡਾਰੀ ਨੂੰ ਉਚਿਤ ਸਮਾਂ ਦਿੱਤਾ ਜਾਵੇ ਆਰਾਮ ਕਰਨ ਦੇ ਲਈ। ਖਾਸ ਕਰਕੇ ਖਿਡਾਰੀ ਨੂੰ ਓਵਰਲੋਡ ਦੇਣ ਤੋਂ ਬਾਅਦ ਆਰਾਮ ਕਰਨ ਦਾ ਸਮਾਂ ਜ਼ਰੂਰ ਮਿਲਣਾ ਚਾਹੀਦਾ ਤਾਂ ਕਿ ਖਿਡਾਰੀ ਦੀ ਰਿਕਵਰੀ ਜਲਦੀ ਹੋ ਸਕੇ। ਇਹਦਾ ਸੀ ਖੇਡ ਸਿਖਲਾਈ ਦੇ ਸਿਧਾਂਤ। ਹੁਣ ਆਪਾਂ ਗੱਲ ਕਰਦੇ ਹਾਂ ਸਰੀਰ ਨੂੰ ਗਰਮਾਉਣ ਦੀ, ਜਿਹਨੂੰ ਆਪਾਂ ਗਰਮਾਉਣਾ ਬੋਲਦੇ ਹਾਂ। ਇਹ ਗਰਮਾਉਣਾ ਖੇਡ ਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਦੀ ਕਿਰਿਆ ਜਾਂ ਅਵਸਥਾ ਹੈ। ਇਹਦੇ ਵਿੱਚ ਖਿਡਾਰੀ ਨੂੰ ਮੁਕਾਬਲੇ ਤੋਂ ਪਹਿਲਾਂ ਉਸ ਮੁਕਾਬਲੇ ਲਈ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤਿਆਰ ਕੀਤਾ ਜਾਂਦਾ। ਹਲਕੀਆਂ ਐਕਸਰਸਾਈਜ਼ ਕਰਕੇ ਉਹਦੀਆਂ ਮਾਸਪੇਸ਼ੀਆਂ ਤੇ ਦਿਮਾਗ ਨੂੰ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਸਤੇ ਤਿਆਰ ਕੀਤਾ ਜਾਂਦਾ। ਗਰਮਾਉਣਾ ਦੋ ਕਿਸਮ ਦਾ ਹੁੰਦਾ ਹੈ, ਮਨੋਵਿਗਿਆਨਕ ਗਰਮਾਉਣਾ ਤੇ ਦੂਸਰਾ ਸਰੀਰਕ ਗਰਮਾਉਣਾ। ਮਨੋਵਿਗਿਆਨਕ ਗਰਮਾਉਣ ਦੇ ਵਿੱਚ ਕੀ ਹੈ ਵੀ ਖਿਡਾਰੀ ਨੂੰ ਮਾਨਸਿਕ ਤੌਰ ਤੇ ਖੇਡ ਮੁਕਾਬਲੇ ਵਾਸਤੇ ਤਿਆਰ ਕੀਤਾ ਜਾਂਦਾ। ਇਹਦੇ ਜਿਹੜੀ ਪ੍ਰਕਿਰਿਆ ਹੈ ਮਾਨਸਿਕ ਤੌਰ ਤੇ ਗਰਮਾਉਣ ਦੀ, ਇਹ ਖੇਡ ਮੁਕਾਬਲੇ ਤੋਂ ਕਾਫੀ ਲੰਬਾ ਸਮਾਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਮੁਕਾਬਲੇ ਦੇ ਸਮਾਪਤ ਹੋਣ ਤੱਕ ਚੱਲਦੀ ਰਹਿੰਦੀ ਹੈ। ਜਿੰਨਾ ਚਿਰ ਤੱਕ ਖਿਡਾਰੀ ਖੇਡਾਂ ਦੇ ਵਿੱਚ ਭਾਗ ਨਹੀਂ ਲੈ ਲੈਂਦਾ ਉਹਨਾਂ ਚਿਰ ਤੱਕ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਤਾਂ ਇਹਦੇ ਵਿੱਚ ਖਿਡਾਰੀਆਂ ਨੂੰ ਪ੍ਰੇਰਿਤ ਕਰਕੇ, ਉਹਨਾਂ ਦੀਆਂ ਕਮੀਆਂ ਬਾਰੇ ਜਾਣਕਾਰੀ ਦੇ ਕੇ, ਉਹਨਾਂ ਦੀਆਂ ਪਿਛਲੀਆਂ ਜਿੱਤਾਂ ਬਾਰੇ ਦੱਸ ਕੇ
ਜਾਂ ਉਹਨਾਂ ਦੀਆਂ ਯੋਗਤਾਵਾਂ ਬਾਰੇ ਦੱਸ ਕੇ ਆਪਾਂ ਖਿਡਾਰੀਆਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਦੂਸਰਾ ਹੈਗਾ ਸਰੀਰਕ ਗਰਮਾਉਣਾ। ਸਰੀਰਕ ਗਰਮਾਉਣਾ ਜਿਵੇਂ ਨਾਮ ਤੋਂ ਹੀ ਸਪਸ਼ਟ ਹੈ ਵੀ ਇਹਦੇ ਵਿੱਚ ਆਪਾਂ ਆਪਦੇ ਸਰੀਰ ਨੂੰ ਗਰਮਾਉਣੇ ਆ। ਸਰੀਰ ਨੂੰ ਕਸਰਤਾਂ ਕਰਕੇ ਗਰਮਾਇਆ ਜਾਂਦਾ। ਸ਼ੁਰੂ ਦੇ ਵਿੱਚ ਆਪਾਂ ਹਲਕੀਆਂ ਕਸਰਤਾਂ ਕਰਦੇ ਹਾਂ ਜਿਹਦੇ ਨਾਲ ਸਰੀਰ ਦਾ ਤਾਪਮਾਨ ਵੱਧਦਾ ਹੈ। ਸਰੀਰ ਨੂੰ ਗਰਮਾਉਣ ਦੇ ਨਾਲ ਸਾਡੀ ਲਹੂ ਗੇੜ ਪ੍ਰਣਾਲੀ ਦੇ ਵਿੱਚ ਤੇਜ਼ੀ ਆਉਂਦੀ ਹੈ, ਜਿਹਦੇ ਕਾਰਨ ਆਕਸੀਜਨ ਦੀ ਸਪਲਾਈ ਵੱਧ ਜਾਂਦੀ ਹੈ ਸਰੀਰ ਦੇ ਸਾਰੇ ਅੰਗਾਂ ਨੂੰ। ਤਾਂ ਇਹ ਦੋ ਤਰੀਕਿਆਂ ਦੇ ਨਾਲ ਸਰੀਰਕ ਤੌਰ ਤੇ ਗਰਮਾਇਆ ਜਾਂਦਾ। ਪਹਿਲਾ ਕਿਰਿਆਸ਼ੀਲ ਤੇ ਦੂਸਰਾ ਅਕਿਰਿਆਸ਼ੀਲ। ਕਿਰਿਆਸ਼ੀਲ ਦੇ ਵਿੱਚ ਖਿਡਾਰੀ ਕਸਰਤਾਂ ਕਰਕੇ ਆਪਦੀਆਂ ਮਾਸਪੇਸ਼ੀਆਂ ਤੇ ਸਰੀਰਕ ਪ੍ਰਣਾਲੀਆਂ ਨੂੰ ਗਰਮਾਉਂਦੇ ਨੇ, ਖੇਡਣ ਲਈ ਤਿਆਰ ਕਰਦੇ ਨੇ। ਤਾਂ ਕਿਰਿਆਸ਼ੀਲ ਗਰਮਾਉਣਾ ਵੀ ਅੱਗੇ ਦੋ ਤਰ੍ਹਾਂ ਦਾ ਹੁੰਦਾ, ਇੱਕ ਆਮ ਗਰਮਾਉਣਾ ਤੇ ਦੂਸਰਾ ਖਾਸ ਗਰਮਾਉਣਾ। ਆਮ ਗਰਮਾਉਣ ਦੇ ਵਿੱਚ ਹਲਕੀਆਂ ਕਸਰਤਾਂ ਕੀਤੀਆਂ ਜਾਂਦੀਆਂ ਸਰੀਰ ਦੇ ਸਾਰੇ ਅੰਗਾਂ ਦੀਆਂ, ਸਿਰ ਤੋਂ ਲੈ ਕੇ ਪੈਰਾਂ ਤੱਕ। ਕੋਈ ਵੀ ਮਾਸਪੇਸ਼ੀ ਦਾ ਅਜਿਹਾ ਹਿੱਸਾ ਨਹੀਂ ਰਹਿਣਾ ਚਾਹੀਦਾ ਜਿਹਦੇ ਵਿੱਚ ਉਹਨੂੰ ਉਸ ਮੁਕਾਬਲੇ ਵਾਸਤੇ ਤਿਆਰ ਨਾ ਕੀਤਾ ਗਿਆ ਹੋਵੇ। ਇੱਕ ਸਾਰ ਪੂਰੇ ਸਰੀਰ ਨੂੰ ਗਰਮਾਇਆ ਜਾਂਦਾ। ਦੂਸਰਾ ਹੈਗਾ ਖਾਸ ਗਰਮਾਉਣਾ। ਖਾਸ ਗਰਮਾਉਣ ਦੀ ਕਿਰਿਆ ਦੇ ਵਿੱਚ ਜਦੋਂ ਸਰੀਰ ਨੂੰ ਗਰਮ ਕੀਤਾ ਜਾਂਦਾ ਤਾਂ ਸਰੀਰ ਦੇ ਉਹ ਖਾਸ ਅੰਗ ਜਿਹੜੇ ਉਸ ਖਾਸ ਖੇਡ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹੁੰਦੇ ਨੇ, ਇਹਦੇ ਵਿੱਚ ਉਹਨਾਂ ਨੂੰ ਖਾਸ ਤੌਰ ਤੇ ਗਰਮਾਇਆ ਜਾਂਦਾ, ਕਿਉਂਕਿ ਖੇਡ ਦੇ ਵਿੱਚ ਇਹਨਾਂ ਅੰਗਾਂ ਦੀ ਅਹਿਮ ਭੂਮਿਕਾ ਹੁੰਦੀ ਆ। ਦੂਸਰੀ ਕਿਰਿਆ ਹੈਗੀ ਅਕਿਰਿਆਸ਼ੀਲ ਗਰਮਾਉਣਾ ਜਾਂ ਪੈਸਿਵ ਵਾਰਮਿੰਗ ਅਪ। ਅਕਿਰਿਆਸ਼ੀਲ ਤੋਂ ਭਾਵ ਕਿ ਵੀ ਸਰੀਰ ਨੂੰ ਬਗੈਰ ਕਿਸੇ ਕਸਰਤ ਕਰਨ ਦੇ ਗਰਮਾਉਣਾ। ਖਾਸ ਕਰਕੇ ਭਾਰ ਚੁੱਕਣ, ਕੁਸ਼ਤੀ, ਜੂਡੋ, ਕਬੱਡੀ ਆਦਿ ਖੇਡਾਂ ਦੇ ਵਿੱਚ ਜਿਹੜੇ ਖਿਡਾਰੀ ਭਾਗ ਲੈਣ ਵਾਲੇ ਹੁੰਦੇ ਨੇ, ਉਹਨਾਂ ਦਾ ਇਹ ਮੰਨਣਾ ਹੈ ਵੀ ਕਸਰਤਾਂ ਕਰਕੇ ਸਰੀਰ ਦੀ ਸ਼ਕਤੀ ਅਜਾਈਂ ਚਲੀ ਜਾਂਦੀ ਹੈ। ਇਸ ਕਰਕੇ ਖੇਡ ਮੁਕਾਬਲੇ ਤੋਂ ਪਹਿਲਾਂ ਸਰੀਰ ਦੀ ਸ਼ਕਤੀ ਨੂੰ ਬਚਾ ਕੇ ਰੱਖਣ ਲਈ ਇਹ ਖਿਡਾਰੀ ਆਪਦੇ ਸਰੀਰ ਨੂੰ ਅਕਿਰਿਆਸ਼ੀਲ ਢੰਗ ਨਾਲ ਗਰਮਾਉਂਦੇ ਨੇ। ਇਹਦੇ ਵਿੱਚ ਕੀ ਹੈ, ਸਰੀਰ ਨੂੰ ਚਾਹ ਜਾਂ ਕੌਫੀ ਪੀ ਕੇ ਗਰਮ ਕੀਤਾ ਜਾਂਦਾ, ਮਾਲਿਸ਼ ਕੀਤੀ ਜਾਂਦੀ ਹੈ, ਭਾਫ ਇਸ਼ਨਾਨ ਕੀਤਾ ਜਾਂਦਾ, ਜਿਹਦੇ ਨਾਲ ਸਰੀਰ ਖੇਡ ਮੁਕਾਬਲੇ ਵਾਸਤੇ ਤਿਆਰ ਹੋ ਜਾਂਦਾ। ਹੁਣ ਗੱਲ ਕਰਦੇ ਹਾਂ ਗਰਮਾਉਣ ਦੇ ਸਿਧਾਂਤਾਂ ਦੀ। ਸਭ ਤੋਂ ਪਹਿਲਾ ਸਿਧਾਂਤ ਹੈ ਸਹੀ ਸਮੇਂ ਤੇ ਗਰਮਾਉਣਾ। ਗਰਮਾਉਣ ਦਾ ਪੂਰਾ ਲਾਭ ਆਪਾਂ ਤਾਂ ਹੀ ਲੈ ਸਕਦੇ ਹਾਂ ਜੇ ਆਪਾਂ ਉਹਨੂੰ ਸਹੀ ਸਮੇਂ ਤੇ ਸਰੀਰ ਨੂੰ ਗਰਮਾਵਾਂਗੇ। ਖੇਡ ਮੁਕਾਬਲਾ ਸ਼ੁਰੂ ਹੋਣ ਤੋਂ 20 ਮਿੰਟ ਤੋਂ ਲੈ ਕੇ 40 ਮਿੰਟ ਪਹਿਲਾਂ ਆਪਾਂ ਸਰੀਰ ਨੂੰ ਗਰਮ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤਾਂ ਜਾ ਕੇ ਸਾਡਾ ਸਰੀਰ ਮੁਕਾਬਲੇ ਸਮੇਂ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ। ਦੂਸਰਾ ਸੌਖੇ ਤੋਂ ਔਖੇ ਵੱਲ ਦਾ ਸਿਧਾਂਤ। ਗਰਮਾਉਣ ਦੀ ਕਿਰਿਆ ਸ਼ੁਰੂ ਦੇ ਵਿੱਚ ਹਲਕੀਆਂ ਕਸਰਤਾਂ ਤੋਂ ਆਰੰਭ ਕਰਨੀ ਚਾਹੀਦੀ ਹੈ ਤੇ ਹੌਲੀ ਹੌਲੀ ਜਿਉਂ-ਜਿਉਂ ਸਾਡੇ ਸਰੀਰ ਦਾ ਤਾਪਮਾਨ ਵੱਧਦਾ ਜਾਂਦਾ ਤਾਂ ਸਰੀਰ ਦੇ ਉੱਪਰ ਜਿਹੜੀਆਂ ਕਸਰਤਾਂ ਦਾ ਭਾਰ ਹੈ ਉਹ ਵੀ ਲਗਾਤਾਰ ਵਧਾਉਂਦੇ ਜਾਣਾ ਚਾਹੀਦਾ, ਜਿਹਦੇ ਕਾਰਨ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਉਸ ਕੰਮ ਨੂੰ, ਉਸ ਲੋਡ ਨੂੰ ਝੱਲਣ ਵਾਸਤੇ ਤਿਆਰ ਹੋ ਜਾਂਦੀਆਂ। ਤੀਸਰਾ ਹੈਗਾ ਸਰੀਰ ਦੇ ਸਾਰੇ ਅੰਗਾਂ ਦੀਆਂ ਕਸਰਤਾਂ। ਗਰਮਾਉਣ ਦੇ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਸਰੀਰ ਨੂੰ ਆਪਾਂ ਗਰਮਾਉਂਦੇ ਹਾਂ ਤਾਂ ਉਹ ਕਿਸੇ ਖਾਸ ਅੰਗ ਦੀ ਗੱਲ ਨਹੀਂ ਹੋ ਰਹੀ, ਪੂਰੇ ਸਮੁੱਚੇ ਸਰੀਰ ਦੀ ਗੱਲ ਹੈ ਵੀ ਸਾਰੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਅੰਗਾਂ ਨੂੰ, ਸਾਰੀਆਂ ਮਾਸਪੇਸ਼ੀਆਂ ਨੂੰ ਗਰਮਾਇਆ ਜਾਂਦਾ। ਅਗਲਾ ਪੁਆਇੰਟ ਮੌਸਮ ਦੇ ਅਨੁਸਾਰ ਗਰਮਾਉਣਾ। ਗਰਮਾਉਣ ਦੀ ਕਿਰਿਆ ਸਾਨੂੰ ਮੌਸਮ ਦੇ ਅਨੁਸਾਰ ਕਰਨੀ ਚਾਹੀਦੀ ਹੈ। ਗਰਮੀ ਦੇ ਵਿੱਚ ਸਰੀਰ ਥੋੜ੍ਹੇ ਸਮੇਂ ਦੇ ਵਿੱਚ ਗਰਮ ਹੋ ਜਾਂਦਾ, ਜਦਕਿ ਸਰਦੀ ਦੇ ਮੌਸਮ ਦੇ ਵਿੱਚ ਗਰਮਾਉਣ ਵਾਸਤੇ ਸਾਨੂੰ ਜ਼ਿਆਦਾ ਸਮਾਂ ਕਸਰਤਾਂ ਕਰਨ ਦੀ ਲੋੜ ਪੈਂਦੀ ਹੈ। ਅਗਲਾ ਪੁਆਇੰਟ ਮੁਕਾਬਲੇ ਦੀ ਤੀਬਰਤਾ ਦੇ ਅਨੁਸਾਰ ਗਰਮਾਉਣਾ। ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਵੀ ਜਿਹੜੇ ਖੇਡ ਦੇ ਵਿੱਚ ਖਿਡਾਰੀ ਭਾਗ ਲੈਣ ਵਾਸਤੇ ਜਾ ਰਿਹਾ ਹੈ, ਉਸ ਖੇਡ ਦੇ ਵਿੱਚ ਖਿਡਾਰੀ ਦਾ ਰੋਲ ਕਿਸ ਤਰ੍ਹਾਂ ਦਾ, ਖਿਡਾਰੀ ਨੂੰ ਕਿੰਨੀ ਕੁ ਸਰੀਰਕ ਮਿਹਨਤ ਮਸ਼ੱਕਤ ਕਰਨੀ ਪਊਗੀ, ਉਸ ਮੁਕਾਬਲੇ ਦੀ ਉਸ ਤੀਬਰਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਸਰੀਰ ਨੂੰ ਗਰਮਾਉਣਾ ਚਾਹੀਦਾ। ਅਗਲਾ ਪੁਆਇੰਟ ਹੈ ਸਿਹਤ, ਉਮਰ ਤੇ ਲਿੰਗ ਦੇ ਅਨੁਸਾਰ। ਆਪਾਂ ਵੇਖਦੇ ਹਾਂ ਵੀ ਟੀਮ ਦੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਵਿੱਚੋਂ ਸਾਰੇ ਖਿਡਾਰੀਆਂ ਦੇ ਵਿੱਚ ਫਰਕ ਹੁੰਦਾ, ਇੱਕੋ ਜਿਹੇ ਨਹੀਂ ਹੁੰਦੇ ਉਹ। ਕਿਸੇ ਦੇ ਵਿੱਚ ਸਰੀਰਕ ਸਮਰੱਥਾ ਵੱਧ ਹੁੰਦੀ ਹੈ, ਕਿਸੇ ਦੇ ਵਿੱਚ ਘੱਟ ਹੁੰਦੀ ਹੈ। ਕੋਈ ਕਮਜ਼ੋਰ ਹੁੰਦਾ, ਕੋਈ ਤਾਕਤਵਰ ਹੁੰਦਾ, ਕੋਈ ਨਵਾਂ ਹੁੰਦਾ, ਕੋਈ ਪੁਰਾਣਾ ਖਿਡਾਰੀ ਹੁੰਦਾ। ਖਾਸ ਕਰਕੇ ਲੜਕੇ ਤੇ ਲੜਕੀਆਂ ਦੇ ਵਿੱਚ ਫਰਕ ਹੁੰਦਾ। ਇਸ ਕਰਕੇ ਗਰਮਾਉਣਾ ਸਾਨੂੰ ਉਹਨਾਂ ਦੀ ਸਮਰੱਥਾ ਦੇ ਅਨੁਸਾਰ ਹੀ ਚਾਹੀਦਾ। ਇਹ ਤਾਂ ਅਸੀਂ ਗਰਮਾਉਣ ਦੇ ਸਿਧਾਂਤ। ਹੁਣ ਆਪਾਂ ਗੱਲ ਕਰਦੇ ਹਾਂ ਕੂਲਿੰਗ ਡਾਊਨ, ਯਾਨੀ ਕਿ ਠੰਡਾ ਕਰਨਾ। ਜਿਸ ਤਰ੍ਹਾਂ ਗਰਮਾਉਣਾ ਮੁਕਾਬਲੇ ਤੋਂ ਪਹਿਲਾਂ ਦੀ ਕਿਰਿਆ, ਉਸੇ ਤਰ੍ਹਾਂ ਠੰਡਾ ਕਰਨਾ ਮੁਕਾਬਲੇ ਤੋਂ ਬਾਅਦ ਦੀ ਕਿਰਿਆ। ਜਦੋਂ ਖਿਡਾਰੀ ਮੁਕਾਬਲੇ ਦੇ ਵਿੱਚ ਭਾਗ ਲੈਂਦੇ ਆ ਤਾਂ ਉਦੋਂ ਸਰੀਰ ਪੂਰੀ ਤਰ੍ਹਾਂ ਗਰਮ ਹੋ ਜਾਂਦਾ ਹੈ। ਮਾਸਪੇਸ਼ੀਆਂ ਤੇ ਸਰੀਰਕ ਪ੍ਰਣਾਲੀਆਂ ਨੂੰ ਪੂਰੀ ਤੇਜ਼ੀ ਨਾਲ ਕੰਮ ਕਰਨਾ ਪੈਂਦਾ ਹੈ। ਇਸ ਲਈ ਜੇਕਰ ਮੁਕਾਬਲੇ ਤੋਂ ਇੱਕਦਮ ਬਾਅਦ
ਖਿਡਾਰੀ ਮੁਕਾਬਲਾ ਖਤਮ ਹੋਣ ਤੋਂ ਬਾਅਦ ਆਪਦੇ ਸਰੀਰ ਨੂੰ ਠੰਡਾ ਨਹੀਂ ਕਰਦਾ, ਸਰੀਰ ਦੇ ਤਾਪਮਾਨ ਨੂੰ ਨਹੀਂ ਘਟਾਉਂਦਾ, ਤਾਂ ਉਹਦੀਆਂ ਮਾਸਪੇਸ਼ੀਆਂ ਦੇ ਵਿੱਚ ਅਕੜਾਅ ਪੈਦਾ ਹੋ ਜਾਂਦਾ ਹੈ ਜਾਂ ਸਰੀਰ ਗਰਮ ਸਰਦ ਹੋਣ ਦਾ ਖਤਰਾ ਬਣ ਜਾਂਦਾ ਹੈ। ਇਸ ਕਰਕੇ ਖਿਡਾਰੀ ਮੁਕਾਬਲਾ ਖਤਮ ਹੋਣ ਤੋਂ ਬਾਅਦ ਟਰੈਕ ਸੂਟ ਪਾ ਕੇ ਗਰਾਊਂਡ ਦੇ ਆਲੇ ਦੁਆਲੇ ਜੋਗਿੰਗ ਕਰਦੇ ਨਜ਼ਰ ਆਉਂਦੇ ਨੇ। ਉਹਨਾਂ ਦਾ ਮਕਸਦ ਸਰੀਰ ਦੇ ਤਾਪਮਾਨ ਨੂੰ ਘਟਾਉਣਾ ਹੁੰਦਾ ਤੇ ਨਾਰਮਲ ਹਾਲਤ ਦੇ ਵਿੱਚ ਲੈ ਕੇ ਆਉਣਾ ਹੁੰਦਾ। ਠੰਡਾ ਕਰਨ ਦੇ ਸਰੀਰ ਦੇ ਉੱਪਰ ਕੀ ਪ੍ਰਭਾਵ ਪੈਂਦੇ ਨੇ, ਇਹਦੇ ਵਿੱਚ ਪਹਿਲਾ ਪੁਆਇੰਟ ਹੈਗਾ ਸਰੀਰਕ ਪ੍ਰਣਾਲੀਆਂ ਦਾ ਸੁਧਾਰਨ ਹੋਣਾ। ਜਦੋਂ ਖਿਡਾਰੀ ਖੇਡ ਦੇ ਵਿੱਚ ਭਾਗ ਲੈਂਦਾ ਤਾਂ ਉਹਦੀਆਂ ਸਰੀਰਕ ਪ੍ਰਣਾਲੀਆਂ ਵੱਧ ਕੰਮ ਕਰਦੀਆਂ ਨੇ। ਦਿਲ ਦੀ ਧੜਕਣ ਆਮ 70-72 ਪ੍ਰਤੀ ਮਿੰਟ ਤੋਂ ਵੱਧ ਕੇ 180-90 ਵਾਰ ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ। ਉਹਦੀ ਸਾਹ ਕਿਰਿਆ, ਉਹਦੀ ਮਾਸਪੇਸ਼ੀ ਪ੍ਰਣਾਲੀ ਤੇਜ਼ ਗਤੀ ਦੇ ਨਾਲ ਕੰਮ ਕਰਦੀ ਹੈ। ਇਸ ਕਰਕੇ ਐਕਸਰਸਾਈਜ਼ ਕਰਨ, ਖੇਡ ਮੁਕਾਬਲਾ ਪੂਰਾ ਕਰਨ ਤੋਂ ਬਾਅਦ ਸਰੀਰ ਨੂੰ ਠੰਡਾ ਕਰਨਾ ਜ਼ਰੂਰੀ ਹੈ ਤਾਂ ਜੋ ਸਰੀਰਕ ਪ੍ਰਣਾਲੀਆਂ ਸਧਾਰਨ ਅਵਸਥਾ ਦੇ ਵਿੱਚ ਆ ਜਾਣ। ਦੂਸਰਾ ਪੁਆਇੰਟ ਸਰੀਰਕ ਤਾਪਮਾਨ ਦਾ ਸਧਾਰਨ ਹੋਣਾ। ਖੇਡ ਮੁਕਾਬਲੇ ਦੇ ਦੌਰਾਨ ਸਰੀਰਕ ਤਾਪਮਾਨ ਦਾ ਪੱਧਰ ਹੈ ਜਿਹੜਾ ਉਹ ਆਮ ਨਾਲੋਂ ਵੱਧ ਜਾਂਦਾ ਹੈ। ਇਸੇ ਕਾਰਨ ਖਿਡਾਰੀ ਮੁਕਾਬਲਾ ਖਤਮ ਹੋਣ ਤੋਂ ਬਾਅਦ ਸਰੀਰ ਦੇ ਤਾਪਮਾਨ ਨੂੰ ਨਾਰਮਲ ਅਵਸਥਾ ਦੇ ਵਿੱਚ ਲਿਆਉਣ ਵਾਸਤੇ ਹਲਕੀਆਂ ਕਸਰਤਾਂ ਕਰਦੇ ਆ, ਜੋਗਿੰਗ ਕਰਦੇ ਆ, ਜਿਹਦੇ ਕਾਰਨ ਸਰੀਰ ਦਾ ਤਾਪਮਾਨ ਸਥਿਰ ਅਵਸਥਾ ਦੇ ਵਿੱਚ, ਨਾਰਮਲ ਅਵਸਥਾ ਦੇ ਵਿੱਚ ਆ ਜਾਂਦਾ। ਅਗਲਾ ਪੁਆਇੰਟ ਥਕਾਵਟ ਛੇਤੀ ਨਾਲ ਦੂਰ ਹੋਣਾ। ਜਦੋਂ ਖਿਡਾਰੀ ਖੇਡਾਂ ਦੇ ਵਿੱਚ ਭਾਗ ਲੈ ਰਿਹਾ ਹੁੰਦਾ ਤਾਂ ਉਹਦਾ ਸਰੀਰ ਦੀਆਂ ਜਿਹੜੀਆਂ ਊਰਜਾ ਦੀ ਖਪਤ ਵੱਧ ਰਹੀ ਹੁੰਦੀ ਆ, ਜਲਦੀ ਊਰਜਾ ਖਪਤ ਹੋ ਰਹੀ ਹੁੰਦੀ ਹੈ। ਜਦੋਂ ਊਰਜਾ ਖਪਤ ਹੁੰਦੀ ਹੈ ਤਾਂ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਵਾਧੂ ਪਦਾਰਥ ਬਣਨੇ ਸ਼ੁਰੂ ਹੋ ਜਾਂਦੇ ਨੇ, ਮਾਸਪੇਸ਼ੀਆਂ ਦੇ ਵਿੱਚ ਲੈਕਟਿਕ ਐਸਿਡ ਬਣਨੇ ਸ਼ੁਰੂ ਹੋ ਜਾਂਦੇ ਨੇ। ਜੇਕਰ ਹਲਕੀਆਂ ਕਸਰਤਾਂ ਕਰਕੇ ਸਰੀਰ ਨੂੰ ਠੰਡਾ ਨਾ ਕਰੀਏ ਤਾਂ ਇਹ ਲੈਕਟਿਕ ਐਸਿਡ ਮਾਸਪੇਸ਼ੀਆਂ ਦੇ ਵਿੱਚ ਜਕੜਨ ਪੈਦਾ ਕਰ ਦਿੰਦੇ ਨੇ, ਜਿਹਦੇ ਨਾਲ ਥਕਾਵਟ ਆ ਜਾਂਦੀ ਹੈ, ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ। ਅਗਲਾ ਪੁਆਇੰਟ ਹੈਗਾ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤੀ। ਠੰਡਾ ਕਰਨ ਦੇ ਨਾਲ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਤਣਾਅ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦਾ ਹੈ, ਹਲਕਾ ਮਹਿਸੂਸ ਕਰਨ ਲੱਗ ਜਾਂਦਾ। ਉਹਦੀਆਂ ਸਰੀਰਕ ਪ੍ਰਣਾਲੀਆਂ ਸਧਾਰਨ ਅਵਸਥਾ ਦੇ ਵਿੱਚ ਆ ਜਾਂਦੀਆਂ, ਤਾਪਮਾਨ ਸਧਾਰਨ ਅਵਸਥਾ ਦੇ ਵਿੱਚ ਆ ਜਾਂਦਾ, ਜਿਹਦੇ ਕਾਰਨ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਮਹਿਸੂਸ ਕਰਨ ਲੱਗਦਾ। ਹੁਣ ਆਪਾਂ ਗੱਲ ਕਰਦੇ ਹਾਂ ਸਿਖਲਾਈ ਵਿਧੀਆਂ ਦੀ। ਅੰਤਰਾਲ ਸਿਖਲਾਈ ਵਿਧੀ, ਜਿਹਨੂੰ ਇੰਟਰਵਲ ਟ੍ਰੇਨਿੰਗ ਮੈਥਡ ਬੋਲਿਆ ਜਾਂਦਾ, ਇਹਦੀ ਸ਼ੁਰੂਆਤ ਵੈਲਡੇਮਰ ਗ੍ਰੈਸ਼ਲਰ ਤੇ ਡਾਕਟਰ ਹੈਜ਼ ਰੈਂਡਲ ਨੇ ਕੀਤੀ ਸੀ। ਸਹਿਣਸ਼ੀਲਤਾ ਵਧਾਉਣ ਵਾਲੇ ਦੇ ਲਈ ਅੰਤਰਾਲ ਸਿਖਲਾਈ ਵਿਧੀ ਸਭ ਤੋਂ ਵਧੀਆ ਵਿਧੀ ਮੰਨੀ ਜਾਂਦੀ ਹੈ। ਇਸ ਵਿਧੀ ਦੇ ਰਾਹੀਂ ਕਾਰਡੀਓਵੈਸਕੂਲਰ ਯੋਗਤਾ ਨੂੰ ਵਧਾਇਆ ਜਾਂਦਾ ਤਾਂ ਕਿ ਖਿਡਾਰੀ ਲੰਬੇ ਸਮੇਂ ਤੱਕ ਖੇਡ ਕਿਰਿਆ ਨੂੰ ਜਾਰੀ ਰੱਖ ਸਕੇ। ਇਹ ਵਿਧੀ ਲੰਬੀ ਦੂਰੀ ਦੀਆਂ ਦੌੜਾਂ ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਖੇਡਾਂ ਦੇ ਲਈ ਜਿਹੜੇ ਖਿਡਾਰੀ ਭਾਗ ਲੈਂਦੇ ਆ ਉਹਨਾਂ ਵਾਸਤੇ ਬੜੀ ਲਾਹੇਵੰਦ ਹੁੰਦੀ ਹੈ। ਅੰਤਰਾਲ ਸਿਖਲਾਈ ਵਿਧੀ ਭਾਰ ਤੇ ਮੋੜ ਪ੍ਰਾਪਤੀ ਦੇ ਸਿਧਾਂਤ ਤੇ ਆਧਾਰਿਤ ਹੈ, ਜਿਹਦੇ ਨਾਲ ਖਿਡਾਰੀ ਦੀ ਰਫ਼ਤਾਰ ਤੇ ਸਹਿਣਸ਼ੀਲਤਾ ਦਾ ਵਿਕਾਸ ਕੀਤਾ ਜਾਂਦਾ, ਇਹਦੇ ਵਿੱਚ ਸੁਧਾਰ ਕੀਤਾ ਜਾਂਦਾ। ਇਸ ਸਿਖਲਾਈ ਦੇ ਵਿੱਚ ਦੌੜ ਦੇ ਨਾਲ ਆਰਾਮ ਦੀ ਸਥਿਤੀ ਆਉਂਦੀ ਹੈ, ਪਰ ਇਹ ਆਰਾਮ ਅਧੂਰਾ ਆਰਾਮ ਹੁੰਦਾ, ਪੂਰਾ ਆਰਾਮ ਨਹੀਂ ਹੁੰਦਾ। ਖਿਡਾਰੀ ਟਰੈਕ ਦਾ ਇੱਕ ਚੱਕਰ ਪੂਰੀ ਗਤੀ ਦੇ ਨਾਲ ਨਿਸ਼ਚਿਤ ਸਮੇਂ ਦੇ ਵਿੱਚ ਪੂਰਾ ਕਰਦਾ, ਜਿਹਦੇ ਕਾਰਨ ਉਹਦੇ ਦਿਲ ਦੀ ਧੜਕਣ 160 ਤੋਂ ਲੈ ਕੇ 180 ਪ੍ਰਤੀ ਮਿੰਟ ਤੱਕ ਚਲੀ ਜਾਂਦੀ ਹੈ। ਉਸ ਤੋਂ ਬਾਅਦ ਅਗਲੇ ਚੱਕਰ ਦੇ ਵਿੱਚ ਖਿਡਾਰੀ ਜੋਗਿੰਗ ਕਰਦਾ ਹੋਇਆ ਉਹਦਾ ਚੱਕਰ ਪੂਰਾ ਕਰਦਾ, ਹੌਲੀ ਹੌਲੀ ਆਰਾਮ ਨਾਲ ਚੱਕਰ ਨੂੰ ਪੂਰਾ ਕਰਦਾ, ਜਿਹਦੇ ਕਾਰਨ ਦਿਲ ਦੀ ਧੜਕਣ ਦੀ ਦਰ ਹੈ ਜਿਹੜੀ ਉਹ ਘਟ ਕੇ 120 ਤੋਂ 130 ਪ੍ਰਤੀ ਮਿੰਟ ਤੱਕ ਹੋ ਜਾਂਦੀ ਹੈ। ਇਸੇ ਤਰ੍ਹਾਂ ਨਿਰਧਾਰਿਤ ਚੱਕਰਾਂ ਦੀ ਜਿਹੜੀ ਗਿਣਤੀ ਉਹਨੂੰ ਮਿਲੀ ਹੁੰਦੀ ਹੈ, ਉਹ ਉਹਨਾਂ ਚਿਰ ਤੱਕ ਉਹਦੀ ਕਿਰਿਆ ਨੂੰ ਪੂਰਾ ਕਰਦਾ ਰਹਿੰਦਾ। ਇਸ ਸਿਖਲਾਈ ਦੇ ਰਾਹੀਂ ਖਿਡਾਰੀ ਦੌੜ ਨੂੰ ਰੋਕ ਕੇ ਆਰਾਮ ਨਹੀਂ ਕਰ ਸਕਦਾ, ਸਿਰਫ ਉਹ ਜੋਗਿੰਗ ਕਰਦੇ ਸਮੇਂ ਹੀ ਆਰਾਮ ਦੀ ਹਾਲਤ ਦੇ ਵਿੱਚ ਆ ਜਾਂਦਾ। ਖਿਡਾਰੀ ਨੂੰ ਥਕਾਵਟ ਦੀ ਹਾਲਤ ਦੇ ਵਿੱਚ ਹੀ ਅਗਲਾ ਭਾਰ ਦੇ ਦਿੱਤਾ ਜਾਂਦਾ, ਜਿਹਦੇ ਕਾਰਨ ਲਗਾਤਾਰ ਉਹ ਥਕਾਵਟ ਦੀ ਹਾਲਤ ਦੇ ਵਿੱਚ ਕੰਮ ਕਰਦਾ ਰਹਿੰਦਾ, ਜਿਹਦੇ ਕਾਰਨ ਦਿਲ ਤੇ ਫੇਫੜਿਆਂ ਦੇ ਵਿੱਚ ਵਾਧੂ ਬੋਝ ਪੈਂਦਾ, ਜਿਹਦੇ ਨਾਲ ਉਹਦੀ ਕਾਰਡੀਓਵੈਸਕੂਲਰ ਯੋਗਤਾ ਦੇ ਵਿੱਚ ਸੁਧਾਰ ਹੁੰਦਾ। ਇੱਕ ਹੋਰ ਗੱਲ ਇਹਦੇ ਵਿੱਚ ਖਿਡਾਰੀ ਨੂੰ ਪੂਰੀ ਸਿਖਲਾਈ ਦੇ ਦੌਰਾਨ ਆਕਸੀਜਨ ਰਿਣਨ ਦੀ ਹਾਲਤ ਦੇ ਵਿੱਚ ਕੰਮ ਕਰਨਾ ਪੈਂਦਾ, ਜਿਹਦੇ ਨਾਲ ਖਿਡਾਰੀ ਦੀ ਐਰੋਬਿਕ ਯੋਗਤਾ ਦੇ ਵਿੱਚ ਵੀ ਵਿਕਾਸ ਹੁੰਦਾ। ਆਮ ਤੌਰ ਤੇ 2 ਤਰੀਕਿਆਂ ਦੇ ਨਾਲ ਅੰਤਰਾਲ ਸਿਖਲਾਈ ਵਿਧੀ ਕੀਤੀ ਜਾਂਦੀ ਹੈ। ਪਹਿਲਾ ਗਹਿਣ ਵਿਧੀ, ਜਿਹਨੂੰ ਫਾਸਟ
ਜਾਂ ਇੰਟੈਂਸਿਵ ਇੰਟਰਵਲ ਮੈਥਡ ਬੋਲਿਆ ਜਾਂਦਾ। ਇਹਦੇ ਵਿੱਚ ਖਿਡਾਰੀ ਦੌੜ ਦੀ ਦੂਰੀ ਭਾਵੇਂ ਉਹਦੀ ਖਿਡਾਰੀ ਦੀ ਘੱਟ ਹੁੰਦੀ ਹੈ ਪਰ ਤੇਜ਼ ਗਤੀ ਦੇ ਨਾਲ ਦੌੜਦਾ। ਆਪਣਾ 80% ਤੋਂ ਲੈ ਕੇ 100% ਤੱਕ ਉਹ ਜ਼ੋਰ ਇਸ ਕਿਰਿਆ ਦੇ ਵਿੱਚ ਲਾਉਂਦਾ, ਜਿਹਦੇ ਕਾਰਨ ਦਿਲ ਦੀ ਧੜਕਣ 170 ਤੋਂ ਵੱਧ ਕੇ 200 ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ। ਦੂਸਰੀ ਹੈਗੀ ਵਿਸਥਾਰ ਵਿਧੀ ਜਾਂ ਸਲੋ ਔਰ ਐਕਸਟੈਂਸਿਵ ਇੰਟਰਵਲ ਮੈਥਡ। ਇਸ ਵਿਧੀ ਦੇ ਵਿੱਚ ਕੀ ਆ ਵੀ ਖਿਡਾਰੀ ਆਪਦਾ ਮੱਧ ਗਤੀ ਦੇ ਨਾਲ ਦੌੜਦਾ, 60 ਤੋਂ 80% ਤੱਕ ਉਹ ਗਤੀ ਦੇ ਨਾਲ ਕੰਮ ਕਰਦਾ। ਉਹਦੀ ਦੌੜ ਦਾ ਜਿਹੜੀ ਸਪੀਡ ਹੈ ਉਹ ਮੱਧ ਦਰਜੇ ਦੀ ਹੁੰਦੀ ਹੈ ਅਤੇ ਦੌੜ ਦੀ ਦੂਰੀ ਵੀ ਵੱਧ ਹੁੰਦੀ ਹੈ। ਇਸ ਦੇ ਵਿੱਚ ਉਹਦੀ ਦਿਲ ਦੀ ਧੜਕਣ 140 ਤੋਂ ਲੈ ਕੇ 180 ਵਾਰ ਪ੍ਰਤੀ ਮਿੰਟ ਤੱਕ ਹੀ ਰਹਿੰਦੀ ਹੈ। ਅਤੇ ਇਸ ਵਿਧੀ ਦੇ ਲਾਭ ਜਿੱਥੋਂ ਤੱਕ ਇਹਨਾਂ ਦੀ ਗੱਲ ਕਰੀਏ ਵੀ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਸਹਿਣਸ਼ੀਲਤਾ ਨੂੰ ਵਧਾ ਸਕਦੇ ਹਾਂ। ਖਿਡਾਰੀ ਖੇਡਣ ਤੋਂ ਬਾਅਦ ਛੇਤੀ ਆਰਾਮ ਦੀ ਸਥਿਤੀ ਦੇ ਵਿੱਚ ਆ ਜਾਂਦੇ ਨੇ। ਦਿਲ ਦੇ ਕੰਮ ਕਰਨ ਦੀ ਯੋਗਤਾ ਦੇ ਵਿੱਚ ਸੁਧਾਰ ਹੁੰਦਾ। ਆਪਣੀ ਪਰਫਾਰਮੈਂਸ ਦਾ ਅੰਦਾਜ਼ਾ ਖਿਡਾਰੀ ਖੁਦ ਲਾ ਸਕਦੇ ਨੇ। ਕੋਚ ਪੂਰੀ ਸਿਖਲਾਈ ਪ੍ਰੋਗਰਾਮ ਦੀ ਵਧੀਆ ਢੰਗ ਦੇ ਨਾਲ ਨਿਗਰਾਨੀ ਕਰ ਸਕਦੇ ਨੇ। ਕੰਮ ਦੇ ਭਾਰ ਨੂੰ ਮੌਕੇ ਦੇ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਦੂਸਰਾ ਹੈਗਾ ਆਪਣੇ ਕੋਲੇ ਸਰਕਟ ਟ੍ਰੇਨਿੰਗ ਮੈਥਡ ਜਾਂ ਚੱਕਰ ਸਿਖਲਾਈ ਵਿਧੀ। ਆਰ.ਈ. ਮੋਰਗਨ ਤੇ ਜੀ.ਟੀ. ਐਡਮੰਸਨ ਨਾਂ ਦੇ 2 ਵਿਦਵਾਨ ਹੋਏ ਆ ਜਿਨ੍ਹਾਂ ਨੇ ਚੱਕਰ ਸਿਖਲਾਈ ਵਿਧੀ ਦੀ ਸ਼ੁਰੂਆਤ ਕੀਤੀ ਸੀ। ਚੱਕਰ ਸਿਖਲਾਈ ਦੀ ਜਿਹੜੀ ਵਿਧੀ ਹੈ ਇਹ ਯੋਗਤਾ ਤੇ ਵਿਗਿਆਨਕ ਢੰਗ ਦੇ ਨਾਲ ਤਿਆਰ ਕੀਤੀਆਂ ਗਈਆਂ ਕਸਰਤਾਂ ਦਾ ਇੱਕ ਸਮੂਹ ਹੁੰਦਾ। ਇੱਕ ਚੱਕਰ ਦੇ ਵਿੱਚ 6 ਤੋਂ ਲੈ ਕੇ 10 ਤੱਕ ਕਸਰਤਾਂ ਹੁੰਦੀਆਂ ਨੇ ਅਤੇ 3 ਤੋਂ ਲੈ ਕੇ 4 ਵਾਰ ਤੱਕ ਹਰੇਕ ਖਿਡਾਰੀ ਇਹ ਚੱਕਰ ਦੁਹਰਾਉਂਦਾ। ਜਿਹੜੀਆਂ ਵੀ ਇਹ ਕਸਰਤਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਇੱਕ ਚੱਕਰ ਦੇ ਵਿੱਚ ਉਹ ਇੱਕ ਦੂਸਰੀ ਤੋਂ ਲਗਭਗ ਅਲੱਗ ਹੁੰਦੀਆਂ ਨੇ। ਉਹਦਾ ਮਕਸਦ ਇਹੀ ਹੁੰਦਾ ਵੀ ਮਾਸਪੇਸ਼ੀਆਂ ਦੇ ਸਾਰੇ ਹਿੱਸਿਆਂ ਦੀ ਕਸਰਤ ਇਸ ਚੱਕਰ ਦੇ ਵਿੱਚ ਪੂਰੀ ਹੋ ਸਕੇ। ਕਸਰਤ ਖੇਡਾਂ ਤੇ ਸਿਖਲਾਈ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਇਸ ਚੱਕਰ ਦੇ ਵਿੱਚ ਹੁੰਦੀਆਂ ਨੇ। ਖਿਡਾਰੀ ਦੀ ਯੋਗਤਾ ਤੇ ਉਹਦੇ ਪੱਧਰ ਦੇ ਅਨੁਸਾਰ ਨਿਸ਼ਚਿਤ ਕੀਤੀਆਂ ਜਾਂਦੀਆਂ ਨੇ। ਜਿਵੇਂ ਜਿਵੇਂ ਖਿਡਾਰੀ ਦੀ ਯੋਗਤਾ ਵੱਧਦੀ ਜਾਂਦੀ ਹੈ ਉਸੇ ਤਰ੍ਹਾਂ ਕਸਰਤਾਂ ਦੇ ਭਾਰ ਵੀ ਵਧਾਇਆ ਜਾਂਦਾ, ਉਹਦੇ ਆਰਾਮ ਦੇ ਸਮੇਂ ਨੂੰ ਘਟਾ ਦਿੱਤਾ ਜਾਂਦਾ। ਚੱਕਰ ਸਿਖਲਾਈ ਵਿਧੀ ਦੇ ਲਾਭ ਨੇ ਜਿੱਥੋਂ ਤੱਕ ਉਹਨਾਂ ਦੀ ਗੱਲ ਕਰੀਏ, ਥੋੜ੍ਹੀ ਜਗ੍ਹਾ ਦੇ ਵਿੱਚ ਹੀ ਕੰਮ ਜਾਂ ਕਿਰਿਆ ਪੂਰੀ ਕੀਤੀ ਜਾ ਸਕਦੀ ਹੈ। ਜ਼ਿਆਦਾ ਖੁੱਲ੍ਹੇ ਚੌੜੇ ਮੈਦਾਨ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ। ਦੂਸਰਾ, ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਚਾਹੇ ਬਾਰਿਸ਼ ਦਾ ਮੌਸਮ ਹੈ ਤਾਂ ਆਪਾਂ ਇਹਨੂੰ ਇੱਕ ਕਮਰੇ ਦੇ ਵਿੱਚ ਵੀ ਸੀਮਿਤ ਕਰ ਸਕਦੇ ਹਾਂ ਜਾਂ ਖੁੱਲ੍ਹੇ ਮੈਦਾਨ ਦੇ ਵਿੱਚ ਵੀ ਕਰ ਸਕਦੇ ਹਾਂ। ਤੀਸਰਾ, ਇਕੱਠੇ ਕਈ ਖਿਡਾਰੀ ਅਭਿਆਸ ਕਰ ਸਕਦੇ ਆ। ਚੌਥਾ, ਕੋਚ ਆਪਣੇ ਖਿਡਾਰੀਆਂ ਦੇ ਉੱਪਰ ਸਹੀ ਢੰਗ ਨਾਲ ਨਿਗਰਾਨੀ ਰੱਖ ਸਕਦਾ, ਸਹੀ ਢੰਗ ਨਾਲ ਉਹਨਾਂ ਨੂੰ ਸਿਖਲਾਈ ਦੇ ਸਕਦਾ। ਅਗਲਾ, ਇਹ ਖੇਡ ਸਮਾਨ ਤੋਂ ਬਿਨਾਂ ਜਾਂ ਖੇਡ ਸਮਾਨ ਦੇ ਨਾਲ ਵੀ ਕੀਤੀਆਂ ਜਾ ਸਕਦੀਆਂ ਕਸਰਤਾਂ। ਖਿਡਾਰੀ ਦੇ ਯੋਗਤਾ ਦੇ ਅਨੁਸਾਰ ਕਸਰਤਾਂ ਨੂੰ ਵਧਾਇਆ ਤੇ ਘਟਾਇਆ ਜਾ ਸਕਦਾ। ਇਹ ਤਾਂ ਸੀ ਸਾਡਾ ਲੈਸਨ ਖੇਡ ਸਿਖਲਾਈ। ਅਗਲੀ ਵਾਰ ਕਿਸੇ ਨਵੇਂ ਟੌਪਿਕ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ।